सत श्री अकाल, स्वागत है। गौरव शुक्ला मैं हां तुहाडे नाल हाज़र हां इस खास पेशकश सियासी शहमात दे नाल। सियासी शहमात इलैक्शन दे दौरान या दौर दे विच खूब हो रही है। 2022 ਦੀਆਂ ਚੋਣਾਂ ਤੋਂ ਪਹਿਲਾਂ ਇਹ ਸਿਆਸੀ ਸ਼ਹਿਮਾਤ ਦਾ ਖੇਡ ਸ਼ੁਰੂ ਹੋ ਚੁੱਕਾ ਹੈ। सूबे ਦੇ ਵਿੱਚ ਨਵੇਂ ਸਿਆਸੀ ਗੜਜੋੜ ਤਿਆਰ ਹੋ ਰਹੇ ਨੇ, ਨਵੇਂ ਸਿਆਸੀ ਸਮੀਕਰਨ ਬਣ ਰਹੇ ਨੇ ਤੇ ਆਪਸੀ ਫੁੱਟ ਉਜਾਗਰ ਹੋ ਰਹੀ ਹੈ। ਪਰ ਇਹ ਆਪਸੀ ਫੁੱਟ ਸਿਰਫ ਪਾਰਟੀਆਂ ਤੱਕ ਸੀਮਿਤ ਨਹੀਂ ਹੈ, ਸਗੋਂ ਪਰਿਵਾਰਾਂ ਤੱਕ ਵੀ ਆਪਸੀ ਫੁੱਟ ਪਹੁੰਚ ਚੁੱਕੀ ਹੈ। ਇਸ ਸਭ ਦੇ ਵਿਚਾਲੇ ਹੁਣ ਪਾਰਟੀਆਂ ਐਕਸ਼ਨ ਮੋਡ ਦੇ ਵਿੱਚ ਜਾਂ ਕਹੀਏ ਕਿ ਇਲੈਕਸ਼ਨ ਮੋਡ ਦੇ ਵਿੱਚ ਵੀ ਨਜ਼ਰ ਆ ਰਹੀਆਂ ਨੇ। सियासी शहमात दौरान सब तो पहला गल करते हैं पंजाब कांग्रेस दे विच होई वड्डी चोण हलचल दी। वार-वार सरकार अते अपनी पार्टी दे कम्मां दे उत्ते सवाल चुकण वाले सुनील जाखड़ नूं वड्डी जिम्मेवारी हुण कांग्रेस हाईकमान ने दे दित्ती है। पंजाब दी सियासत दे विच मुड़ सरगर्म होण दा दावा करन वाले प्रताप बाजवा जो विधान सभा जाना चाहुंदे ने, उन्हां नूं मैनीफेस्टो कमेटी दा चेयरमैन बना दित्ता गया है। 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਕਿਸ ਰਣਨੀਤੀ ਦੇ ਨਾਲ ਚੋਣਾਂ ਦੇ ਵਿੱਚ ਉਤਰੇਗੀ, ਜਨਤਾ ਦਰਬਾਰ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਲੈ ਕੇ ਜਾਵੇਗੀ, ਕਿਸ ਵਿਧਾਇਕ ਦੀ ਟਿਕਟ ਕੱਟੇਗੀ ਤੇ ਕਿਸ ਦੀ ਬਚੇਗੀ, ਇਹਨਾਂ ਤਿੰਨਾਂ ਰਣਨੀਤੀਆਂ ਦੇ ਲਈ ਕਾਂਗਰਸ ਨੇ ਕਮੇਟੀਆਂ ਦਾ ਗਠਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਹਨਾਂ ਕਮੇਟੀਆਂ ਦੇ ਵਿੱਚ ਉਹਨਾਂ ਆਗੂਆਂ ਨੂੰ ਥਾਂ ਦਿੱਤੀ ਗਈ ਹੈ ਜੋ ਪਾਰਟੀ ਅਤੇ ਸਰਕਾਰ ਤੇ ਵਾਰ-ਵਾਰ ਸਵਾਲ ਚੁੱਕ ਰਹੇ ਸਨ। ਇਹਨਾਂ ਵਿੱਚੋਂ ਸਭ ਤੋਂ ਵੱਡਾ ਨਾਮ ਹੈ ਸੁਨੀਲ ਜਾਖੜ ਦਾ। ਸਾਬਕਾ ਕਾਂਗਰਸ ਪ੍ਰਧਾਨ ਨੂੰ ਕੰਪੇਨ ਕਮੇਟੀ ਦਾ ਚੇਅਰਪਰਸਨ ਥਾਪਿਆ ਗਿਆ। ਪੰਜਾਬ ਦੀ ਸਿਆਸਤ ਦੇ ਵਿੱਚ ਵਾਪਸੀ ਕਰਨ ਵਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਕੋਆਰਡੀਨੇਸ਼ਨ ਕਮੇਟੀ ਦੀ ਚੇਅਰਪਰਸਨ ਦੀ ਜ਼ਿੰਮੇਵਾਰੀ ਅੰਬਿਕਾ ਸੋਨੀ ਨੂੰ ਮਿਲੀ ਹੈ। ਇਸ ਤੋਂ ਇਲਾਵਾ ਟਿਕਟਾਂ ਨੂੰ ਤੈਅ ਕਰਨ ਦੇ ਲਈ ਵੀ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ। ਅਜੇ ਮਾਕਨ ਨੂੰ ਚੇਅਰਪਰਸਨ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਚੰਦਨ ਯਾਦਵ ਅਤੇ ਕ੍ਰਿਸ਼ਨਾ ਅਲਾਵਰੂ ਨੂੰ ਵੀ ਮੈਂਬਰ ਵਜੋਂ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਟਿਕਟਾਂ ਦੀ ਵੰਡ ਕਰਨ ਵਾਲੀ ਕਮੇਟੀ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੀਐਮ ਚਰਨਜੀਤ ਸਿੰਘ ਚੰਨੀ, ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਤੇ ਚੋਣ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੂੰ ਵੀ ਸ਼ਾਮਲ ਕੀਤਾ ਗਿਆ। ਕੁੱਲ ਮਿਲਾ ਕੇ ਕਾਂਗਰਸ ਦੀ ਇਸ ਟੀਮ ਸਾਹਮਣੇ ਵੱਡੀ ਚੁਣੌਤੀ ਹੋਵੇਗੀ 2022 ਦੇ ਵਿੱਚ ਕਾਂਗਰਸ ਨੂੰ ਮੁੜ ਤੋਂ ਵਜ਼ਾਰਤ ਦੇ ਵਿੱਚ ਲਿਆਉਣ ਦੀ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਪ੍ਰਤਾਪ ਬਾਜਵਾ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲ ਚੁੱਕੀ ਹੈ, ਪਰ ਇਸ ਸਭ ਦੇ ਵਿਚਾਲੇ ਬਾਜਵਾ ਪਰਿਵਾਰ ਦੇ ਵਿੱਚ ਆਲ ਇਜ਼ ਵੈਲ ਨਜ਼ਰ ਨਹੀਂ ਆ ਰਿਹਾ। ਵਜ੍ਹਾ ਇਹ ਕਾਦੀਆਂ ਵਿਧਾਨ ਸਭਾ ਹਲਕਾ। ਕਾਦੀਆਂ ਵਿਧਾਨ ਸਭਾ ਸੀਟ ਨੂੰ ਲੈ ਕੇ ਬਾਜਵਾ ਪਰਿਵਾਰ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਹੈ। ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕਰ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਉਹ ਆਪਣੀ ਰਵਾਇਤੀ ਸੀਟ ਕਾਦੀਆਂ ਤੋਂ ਹੀ ਚੋਣ ਲੜਨਗੇ, ਜਦਕਿ ਇਸ ਵੇਲੇ ਇਸ ਸੀਟ ਤੋਂ ਉਹਨਾਂ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਵਿਧਾਇਕ ਨੇ। 2 ਦਸੰਬਰ ਨੂੰ ਸਿੱਧੂ ਨੇ ਫਤਿਹਜੰਗ ਬਾਜਵਾ ਦੇ ਹੱਕ ਦੇ ਵਿੱਚ ਰੈਲੀ ਕਰਕੇ ਉਹਨਾਂ ਦੀ ਪਿੱਠ ਵੀ ਠੋਕੀ ਸੀ। ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਸੀ ਜਿੱਥੇ ਮੇਰਾ ਦਿਲ ਵਸਦਾ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਦੇ ਇਸ ਪੋਸਟ ਦੇ ਜ਼ਰੀਏ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਹੁਣ ਉਹ ਦਿੱਲੀ ਦੇ ਵਿੱਚ ਸਿਆਸਤ ਨਹੀਂ ਕਰਨਗੇ ਅਤੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਅਹਿਮ ਰੋਲ ਅਦਾ ਕਰਨਗੇ। ਜਦੋਂ ਆਪਣੇ ਜੱਦੀ ਹਲਕੇ ਕਾਦੀਆਂ ਵਿੱਚ ਪਹੁੰਚੇ ਤਾਂ ਉਹਨਾਂ ਨੇ ਤਸਵੀਰ ਸਾਫ਼ ਕਰ ਦਿੱਤੀ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਕਾਦੀਆਂ ਹਲਕੇ ਤੋਂ ਚੋਣ ਲੜਨਗੇ ਅਤੇ ਇਸ ਦੇ ਲਈ ਹਾਈ ਕਮਾਨ ਨੇ ਉਹਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਮੈਂ ਤੇ ਜਿਹੜੀ ਇਲੈਕਸ਼ਨ ਲੜਨੀ ਹੈ ਬਕਾਇਦਾ ਤੌਰ ਪਾਰਟੀ ਹਾਈ ਕਮਾਂਡ ਨਾਲ ਸਾਰੀ ਗੱਲ ਹੋ ਚੁੱਕੀ ਹੈ, ਗ੍ਰੀਨ ਸਿਗਨਲ ਮਿਲ ਚੁੱਕਿਆ। ਉਹ ਵੀ ਚਾਹੁੰਦੇ ਨੇ ਕਿ ਮੈਂ ਇੱਥੇ ਪੰਜਾਬ ਦੇ ਵਿੱਚ ਆਵਾਂ ਤੇ ਮੈਂ ਆਪਣੀ ਜੱਦੀ ਸੀਟ ਜਿਹੜੀ ਕਾਦੀਆਂ ਇੱਥੋਂ ਹੀ ਫੈਸਲਾ ਕੀਤਾ ਕਿ ਇੱਥੋਂ ਹੀ ਮੈਂ ਲੜਾਂਗਾ। ਪਰ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਉਹਨਾਂ ਦੇ ਛੋਟੇ ਭਰਾ ਅਤੇ ਕਾਦੀਆਂ ਤੋਂ ਮੌਜੂਦਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ, ਜੋ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਲਾਲ ਝੰਡੀ ਲੈ ਕੇ ਖੜੇ ਹੋਏ ਨੇ। 2 ਦਸੰਬਰ ਨੂੰ ਕਾਦੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਫਤਿਹਜੰਗ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਵੱਡੀ ਰੈਲੀ ਕਰਕੇ ਅਗਲੀ ਸਰਕਾਰ ਆਉਣ ਤੇ ਇਸ਼ਾਰਿਆਂ ਦੇ ਵਿੱਚ ਅਹਿਮ ਅਹੁਦਾ ਦੇਣ ਦਾ ਐਲਾਨ ਕਰ ਦਿੱਤਾ ਸੀ। ਸਿਰਫ ਇੰਨਾ ਹੀ ਨਹੀਂ, ਰੈਲੀ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਤਾਪ ਸਿੰਘ ਬਾਜਵਾ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੀ ਵੱਡਾ ਸਿਆਸੀ ਇਸ਼ਾਰਾ ਕੀਤਾ ਸੀ। ਤਾਂ ਉਧਰ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਕਾਦੀਆਂ ਸੀਟ ਤੋਂ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਦੀ ਦਾਅਵੇਦਾਰੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਰੱਬ ਜਾਣੇ।
ਤੇ ਬਚਨ ਆਪਣੇ ਭਰਾ ਨਾਲ ਵੀ ਕੀਤਾ ਕਿ ਮਰਾਂਗੇ ਇਕੱਠੇ ਤੇ ਜੀਵਾਂਗੇ ਇਕੱਠੇ, ਤੇ ਜੇ ਐਮਐਲਏ ਬਣਿਆ ਤੇ ਫਿਰ ਪਤਾ ਨਹੀਂ ਹੁਣ ਕੀ ਹੋਣਾ। ਕੋਕੋ ਟਕਾ ਕੇ ਮੈਂ ਪ੍ਰਤਾਪ ਭਾਜੀ ਨੂੰ ਵੀ ਅੱਜ ਉਡੀਕਦਾ ਸੀ, ਆ ਜਾਵੇ ਮਾਹੀ ਤੈਨੂੰ ਅੱਖੀਆਂ ਉਡੀਕ, ਆ ਜਾਵੇ ਮਾਹੀ ਤੈਨੂੰ ਇੱਕ ਮੇਰੇ ਵੱਡੇ ਭਰਾ ਦੇ ਨਾਂ ਤੇ ਵੀ ਠੋਕੋ ਟਕਾ ਕੇ। ਬਾਜਵਾ ਤੇ ਕਾਦੀਆਂ ਤੋਂ ਆਣਗੇ, ਫਿਰ ਫਤਿਹ ਬਾਜਵਾ ਦਾ ਕੀ ਰਹੇਗਾ? ਇਹ ਪ੍ਰਮਾਤਮਾ ਜਾਣੇ ਜੀ। ਕਾਦੀਆਂ ਸੀਟ ਤੇ ਪ੍ਰਤਾਪ ਸਿੰਘ ਬਾਜਵਾ ਅਤੇ ਫਤਿਹ ਜੰਗ ਸਿੰਘ ਬਾਜਵਾ ਸਿਆਸੀ ਦਾਅਵੇਦਾਰੀ ਦੀ ਲੜਾਈ ਨਾ ਸਿਰਫ ਬਾਜਵਾ ਪਰਿਵਾਰ ਦੇ ਲਈ ਮੁਸੀਬਤ ਹੈ, ਬਲਕਿ ਪੰਜਾਬ ਕਾਂਗਰਸ ਦੇ ਲਈ ਵੀ ਨਵੀਂ ਸਿਰਦਰਦੀ ਹੈ। ਸਿੱਧੂ ਫਤਿਹ ਜੰਗ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਨੇ ਤਾਂ ਹਾਈ ਕਮਾਂਡ ਪ੍ਰਤਾਪ ਸਿੰਘ ਬਾਜਵਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਕੈਪਟਨ ਕਾਂਗਰਸ ਦਾ ਟਿਕਟ ਕੱਟਣ ਵਾਲਿਆਂ ਦੇ ਲਈ ਵੱਡਾ ਬਦਲ ਬਣ ਸਕਦੇ ਨੇ। ਵੱਡੀ ਗੱਲ ਇਹ ਹੈ ਕਿ ਦੋਵੇਂ ਭਰਾ ਹੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਨੇ ਤੇ ਵੱਡਾ ਸਵਾਲ ਇਹ ਵੀ ਹੈ ਕਿ ਸਿਆਸੀ ਤਕੜੀ ਕਿਸ ਪਾਸੇ ਝੁਕੇਗੀ। ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18। ਉਧਰ ਕਾਦੀਆਂ ਦੀ ਟਿਕਟ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਫਤਿਹ ਜੰਗ ਦੇ ਵਿੱਚ ਲੜਾਈ ਕੋਈ ਨਵੀਂ ਨਹੀਂ ਹੈ। 2012 ਅਤੇ 2017 ਦੇ ਵਿੱਚ ਵੀ ਦੋਵੇਂ ਭਰਾਵਾਂ ਦੇ ਵਿਚਾਲੇ ਤਿੱਖੀ ਤਕਰਾਰ ਵੇਖਣ ਨੂੰ ਮਿਲੀ ਸੀ। ਮਾਝਾ ਬ੍ਰਿਗੇਡ ਦੀਆਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦੂਰੀਆਂ ਵਧੀਆਂ ਸਨ ਤਾਂ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਹੋ ਗਏ ਸੀ। ਉਸ ਦੌਰਾਨ ਪ੍ਰਤਾਪ ਬਾਜਵਾ ਨੇ ਬਟਾਲੇ ਹਲਕੇ ਦੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਸਨ। ਚਰਚਾਵਾਂ ਸੀ ਕਿ ਉਹ ਬਟਾਲਾ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰਨਗੇ, ਪਰ ਕੈਪਟਨ ਦੇ ਕੁਰਸੀ ਤੋਂ ਹਟਣ ਤੋਂ ਬਾਅਦ ਬਾਜਵਾ ਦੇ ਕਰੀਬੀਆਂ ਨੂੰ ਇੰਪਰੂਵਮੈਂਟ ਟਰਸਟ ਅਤੇ ਮਾਰਕੀਟ ਕਮੇਟੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਬਦਲੇ ਸਿਆਸੀ ਸਮੀਕਰਨ ਤੋਂ ਬਾਅਦ ਹੁਣ ਪ੍ਰਤਾਪ ਬਾਜਵਾ ਨੇ ਕਾਦੀਆਂ ਹਲਕੇ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ, ਜਿੱਥੇ ਉਹ 2002 ਅਤੇ 2007 ਦੇ ਵਿੱਚ ਵਿਧਾਇਕ ਚੁਣੇ ਗਏ ਸਨ ਅਤੇ 2012 ਦੇ ਵਿੱਚ ਉਹਨਾਂ ਦੀ ਪਤਨੀ ਚਰਨਜੀਤ ਕੌਰ ਵਿਧਾਇਕ ਬਣੇ ਸਨ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਫਤਿਹ ਜੰਗ ਸਿੰਘ ਬਾਜਵਾ ਨੇ ਕਾਦੀਆਂ ਸੀਟ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਸੀ, ਜਿਸ ਤੋਂ ਬਾਅਦ ਦੋਵੇਂ ਭਰਾਵਾਂ ਦੇ ਵਿਚਾਲੇ ਖਿੱਚੋਤਾਣ ਸ਼ੁਰੂ ਹੋ ਗਈ। ਪ੍ਰਤਾਪ ਬਾਜਵਾ ਨੇ ਆਪਣੇ ਭਰਾ ਫਤਿਹ ਜੰਗ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਪਤਨੀ ਦੀ ਥਾਂ ਤੇ ਉਹ ਚੋਣ ਮੈਦਾਨ ਦੇ ਵਿੱਚ ਫਤਿਹ ਜੰਗ ਨੂੰ ਉਤਾਰਨਗੇ। ਇਸ ਤੋਂ ਬਾਅਦ ਫਤਿਹ ਜੰਗ ਬਾਜਵਾ ਨੇ ਇੱਕ ਵੱਡੀ ਰੈਲੀ ਰੱਖੀ ਅਤੇ ਭਰਾ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਪਤਨੀ ਦੀ ਦਾਅਵੇਦਾਰੀ ਵਾਪਸ ਲੈਣ ਦੇ ਲਈ ਕਿਹਾ। ਪ੍ਰਤਾਪ ਬਾਜਵਾ ਉਸ ਰੈਲੀ ਦੇ ਵਿੱਚ ਪਹੁੰਚੇ, ਪਰ ਉਹ ਬਿਨਾਂ ਕੋਈ ਐਲਾਨ ਕੀਤੇ ਵਾਪਸ ਜਾਣ ਲੱਗੇ ਤਾਂ ਫਤਿਹ ਜੰਗ ਬਾਜਵਾ ਨੇ ਆਪਣੇ ਹਮਾਇਤੀਆਂ ਦੇ ਨਾਲ ਪ੍ਰਤਾਪ ਬਾਜਵਾ ਦੀ ਗੱਡੀ ਰੋਕ ਲਈ ਅਤੇ ਘੇਰਾ ਪਾ ਲਿਆ। ਕਿਹਾ ਜਾਂਦਾ ਹੈ ਕਿ ਪ੍ਰਤਾਪ ਬਾਜਵਾ ਨੇ ਇਸ ਮਸਲੇ ਨੂੰ ਘਰ ਦੇ ਵਿੱਚ ਬੈਠ ਕੇ ਸੁਲਝਾਉਣ ਦੇ ਲਈ ਫਤਿਹ ਜੰਗ ਬਾਜਵਾ ਨੂੰ ਅਪੀਲ ਕੀਤੀ, ਪਰ ਫਤਿਹ ਜੰਗ ਆਪਣੀ ਗੱਲ ਦੇ ਉੱਤੇ ਅੜੇ ਰਹੇ ਅਤੇ ਉਹਨਾਂ ਦੇ ਹਮਾਇਤੀਆਂ ਨੇ ਪ੍ਰਤਾਪ ਬਾਜਵਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਗੁੱਸੇ ਵਿੱਚ ਪ੍ਰਤਾਪ ਸਿੰਘ ਬਾਜਵਾ ਉੱਥੋਂ ਨਿਕਲ ਗਏ। ਉਸ ਤੋਂ ਬਾਅਦ ਬਾਜਵਾ ਪਰਿਵਾਰ ਦੇ ਕਰੀਬੀ ਮਨੋਹਰ ਲਾਲ ਸ਼ਰਮਾ ਦੀ ਵਿਚੋਲਗੀ ਤੋਂ ਬਾਅਦ ਤੈਅ ਹੋਇਆ ਕਿ ਫਤਿਹ ਜੰਗ ਬਾਜਵਾ 2017 ਦੇ ਵਿੱਚ ਕਾਦੀਆਂ ਤੋਂ ਚੋਣ ਲੜਨਗੇ। ਇਸ ਤੋਂ ਪਹਿਲਾਂ ਚਰਚਾਵਾਂ ਸਨ ਕਿ 2012 ਦੇ ਵਿੱਚ ਵੀ ਫਤਿਹ ਜੰਗ ਬਾਜਵਾ ਨੇ ਕਾਦੀਆਂ ਤੋਂ ਚੋਣ ਲੜਨ ਦੀ ਇੱਛਾ ਜਤਾਈ ਸੀ, ਪਰ ਉਸ ਵੇਲੇ ਪ੍ਰਤਾਪ ਬਾਜਵਾ ਲੋਕ ਸਭਾ ਦੇ ਮੈਂਬਰ ਸਨ, ਇਸ ਲਈ ਉਹਨਾਂ ਦੀ ਚੱਲੀ ਸੀ ਅਤੇ ਪਤਨੀ ਚਰਨਜੀਤ ਕੌਰ ਨੂੰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾ ਦਿੱਤਾ ਸੀ। ਉਸ ਵੇਲੇ ਫਤਿਹ ਜੰਗ ਬਾਜਵਾ ਨੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਦੀ ਧਮਕੀ ਵੀ ਦਿੱਤੀ ਸੀ, ਪਰ ਮਾਂ ਗੁਰਬਚਨ ਕੌਰ ਬਾਜਵਾ ਦੇ ਦਖਲ ਤੋਂ ਬਾਅਦ ਮਾਮਲਾ ਸੁਲਝ ਗਿਆ ਸੀ। ਹੁਣ ਇੱਕ ਵਾਰ ਮੁੜ ਤੋਂ ਦੋਵੇਂ ਭਰਾ 2012 ਦੀ ਜੰਗ ਤੋਂ ਜਿਵੇਂ ਪਹਿਲਾਂ ਆਮੋ ਸਾਹਮਣੇ ਖੜੇ ਹੋ ਗਏ ਸਨ, ਉਸ ਤਰ੍ਹਾਂ ਹੀ ਹੁਣ ਵੀ ਨਜ਼ਰ ਆਉਂਦੇ ਨੇ। ਖੈਰ, ਸ਼ਹਿਮਾਦ ਦੀ ਸਿਆਸਤ ਦੇ ਵਿੱਚ ਇਸ ਵਾਰ ਕਿਸ ਭਰਾ ਦੀ ਜਿੱਤ ਹੋਵੇਗੀ, ਇਸ ਦਾ ਫੈਸਲਾ ਹਾਈ ਕਮਾਨ ਹੀ ਕਰੇਗੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਵੀ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਵੀਂ ਪਾਰਟੀ ਲਾਂਚ ਕਰਨ ਦੇ ਨਾਲ ਹੀ ਕਾਂਗਰਸ ਦੇ ਵਿੱਚ ਵੱਡੀ ਫੁੱਟ ਦੀ ਭਵਿੱਖਬਾਣੀ ਵੀ ਕਰ ਦਿੱਤੀ। ਨਾਲ ਹੀ ਕੈਪਟਨ ਨੇ ਬੀਜੇਪੀ ਅਤੇ ਢੀਂਡਸਾ ਦੇ ਨਾਲ ਮਿਲ ਕੇ ਚੋਣ ਲੜਨ ਦੇ ਨਾਲ ਸੀਟ ਸ਼ੇਅਰਿੰਗ ਦਾ ਫਾਰਮੂਲਾ ਵੀ ਦੱਸਿਆ। ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ 2022 ਦੇ ਚੁਣਾਵੀ ਦੰਗਲ ਦੇ ਵਿੱਚ ਕੈਪਟਨ ਨੇ ਤਾਲ ਠੋਕ ਦਿੱਤੀ ਹੈ। ਚੰਡੀਗੜ੍ਹ 'ਚ ਪਾਰਟੀ ਦਫ਼ਤਰ ਦੇ ਉਦਘਾਟਨ ਦੇ ਮੌਕੇ ਤੇ ਕੋਈ ਵੱਡਾ ਚਿਹਰਾ ਕੈਪਟਨ ਦੇ ਨਾਲ ਨਜ਼ਰ ਨਹੀਂ ਆਇਆ।
ਸੋ ਕੈਪਟਨ ਦੇ ਦਾਅਵਿਆਂ ਦੇ ਉਲਟ ਅਜੇ ਤੱਕ ਕੋਈ ਵੀ ਵੱਡਾ ਚਿਹਰਾ ਕੈਪਟਨ ਦੇ ਨਾਲ ਖੜਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਕੈਪਟਨ ਨੇ ਇਹ ਜ਼ਰੂਰ ਕਿਹਾ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਕਾਂਗਰਸ ਦੇ ਕਈ ਵੱਡੇ ਚਿਹਰੇ ਉਹਨਾਂ ਦੇ ਨਾਲ ਪਾਰਟੀ ਛੱਡ ਕੇ ਖੜੇ ਹੋਣਗੇ। ਲੇਕਿਨ ਤੁਸੀਂ ਗੱਲ ਕਰ ਰਹੇ ਹੋ ਐਮਐਲਏ ਔਰ ਐਮਪੀ ਤੋਂ ਸਿਟਿੰਗ ਨਹੀਂ, ਉਹ ਹੁਣ ਉਹਨਾਂ ਦਾ ਪਹਿਲਾਂ ਇਹਨਾਂ ਦਾ ਕੋਡ ਆਫ ਕੰਡਕਟ ਲੱਗਣ ਦਿਓ ਔਰ ਇਹ ਬਚਣ ਨਹੀਂ ਤਾਂ ਤੁਹਾਨੂੰ ਪਤਾ ਹੈ ਕੀ ਕਰਨਗੇ। ਉਸ ਦਿਨ ਹੀ ਉਹਨਾਂ ਦੇ ਸਾਰੇ ਫੰਡ ਬੰਦ ਕਰ ਦੇਣਗੇ, ਪ੍ਰੋਜੈਕਟ ਬੰਦ ਹੋ ਜਾਣਗੇ, ਜੈਸੇ ਮੇਰੇ ਕਰਕੇ ਪਟਿਆਲੇ 'ਚ। ਕੈਪਟਨ ਨੇ ਐਲਾਨ ਕਰ ਚੁੱਕੇ ਨੇ ਕਿ ਪੰਜਾਬ ਵਿਧਾਨ ਸਭਾ ਚੋਣਾਂ ਬੀਜੇਪੀ ਦੇ ਨਾਲ ਲੜਨਗੇ। ਉਹਨਾਂ ਨੇ ਕਿਹਾ ਕਿ ਇਸ ਬਾਰੇ ਅਮਿਤ ਸ਼ਾਹ ਦੇ ਨਾਲ ਗੱਲਬਾਤ ਕੀਤੀ ਗਈ ਹੈ। ਹਾਲਾਂਕਿ ਸੀਟਾਂ ਤੇ ਸਮਝੌਤਾ ਹੋਣਾ ਬਾਕੀ ਹੈ। ਟਿਕਟਾਂ ਨੂੰ ਲੈ ਕੇ ਕੀ ਫਾਰਮੂਲਾ ਰਹਿਣ ਵਾਲਾ ਹੈ, ਇਸ ਤੇ ਵੀ ਕੈਪਟਨ ਨੇ ਪੱਤੇ ਖੋਲ ਦਿੱਤੇ ਨੇ। ਆਈ ਕਾਂਟ ਸੇ ਕਿ ਸਾਡੇ ਨੂੰ 10 ਆਉਣਗੇ ਜਾਂ ਸਾਡੇ 50 ਆਉਣਗੇ ਜਾਂ 100 ਆਉਣਗੇ। ਮੈਂ ਤੁਹਾਨੂੰ ਇਹ ਦੱਸ ਸਕਦਾ ਕਿ ਮੇਰੀ ਰਿਕੁਐਸਟ ਹੋਏਗੀ ਟੂ ਬੋਥ ਪਾਰਟੀਜ਼ ਲੈਟ ਅਸ ਪਿਕ ਵਿਨਰਸ। ਅਗਰ ਢੀਂਡਸਾ ਸਾਹਿਬ ਦਾ ਵਿਨਰ ਹੈ ਮੈਂ ਸਪੋਰਟ ਕਰੂੰਗਾ, ਬੀਜੇਪੀ ਵੀ ਕਰੂਗੀ ਆਈ ਐਮ ਸ਼ੋਰ। ਅਗਰ ਬੀਜੇਪੀ ਦਾ ਕੈਂਡੀਡੇਟ ਹੈ ਸਾਰੇ ਰਲ ਕੇ ਕਰਾਂਗੇ, ਸਾਡਾ ਕੈਂਡੀਡੇਟ ਹੋਏਗਾ ਆਈ ਐਮ ਸ਼ੋਰ ਉਹਨਾਂ ਨੇ ਰਲ ਕੇ ਸਾਡੇ ਨਾਲ ਕਰਨੀ। ਉਧਰ ਕੈਪਟਨ ਦੇ ਵੱਡੇ ਦਾਅਵਿਆਂ ਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕੈਪਟਨ ਉਸ ਵੇਲੇ ਤਾਂ ਕੁਝ ਕਰ ਨਹੀਂ ਸਕੇ ਜਦੋਂ ਕਾਂਗਰਸ ਦੇ ਘੋੜੇ ਤੇ ਸਨ, ਤਾਂ ਹੁਣ ਕੀ ਕਰ ਲੈਣਗੇ। ਕੈਪਟਨ ਸਾਹਿਬ ਘੋੜੇ ਤੇ ਬੈਠੇ ਹੋਏ ਸਵਾਰ ਨਹੀਂ ਰਹਿ ਸਕੇ ਤੇ ਨਵੇਂ ਸਿਰੇ ਉਹਨਾਂ ਨੂੰ ਸਵਾਰ ਕੌਣ ਹੁੰਦਾਗਾ। ਸੋ ਇਸ ਗੱਲ ਕਰਨ ਉਸ ਕੋਈ ਮੇਜਰ ਕੋਈ ਇਹੋ ਜਿਹੀ ਮੈਨੂੰ ਨਜ਼ਰ ਨਹੀਂ ਆ ਰਹੀ ਕੋਈ ਪਾਰਟੀ ਇਹੋ ਜਿਹੀ ਜਿਹੜੀ ਵਿਦ ਪ੍ਰੋਮਿਸ ਪੰਜਾਬ ਦੀ ਬਿਹਤਰੀ ਵਾਸਤੇ ਰਾਜ ਕਰ ਸਕੇ। ਉੱਥੇ ਅਕਾਲੀ ਦਲ ਨੇ ਵੀ ਕੈਪਟਨ ਦੇ ਪਾਰਟੀ ਦਫ਼ਤਰ ਖੋਲ੍ਹਣ ਤੇ ਚੁਟਕੀ ਲਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੇ ਪਾਰਟੀ ਦਫ਼ਤਰ ਨਹੀਂ ਬਲਕਿ ਸ਼ੋਰੂਮ ਖੋਲ੍ਹਿਆ। ਸੁਖਬੀਰ ਜੀ ਕੈਪਟਨ ਅਮਰਿੰਦਰ ਸਿੰਘ ਨੇ ਦਫ਼ਤਰ ਖੋਲ੍ਹਿਆ ਪੰਜਾਬ ਲੋਕ ਕਾਂਗਰਸ ਸੈਕਸ਼ਨ। ਚਲੋ ਸ਼ੋਰੂਮ ਖੋਲ੍ਹਿਆ ਉਹਨਾਂ ਨੇ, ਹੁਣ ਵੇਟ ਕਰ ਰਹੇ। ਕੈਪਟਨ ਦੇ ਪਾਰਟੀ ਦਫ਼ਤਰ ਦੇ ਸ਼ੁਭ ਆਗਾਜ਼ ਦੇ ਨਾਲ ਹੀ ਪੰਜਾਬ ਦੀਆਂ ਸਿਆਸੀ ਗਤੀਵਿਧੀਆਂ ਦੇ ਵਿੱਚ ਹੋਰ ਗਰਮੀ ਆਉਣ ਦੀ ਸੰਭਾਵਨਾ ਹੈ। ਇਹ ਵੇਖਣਾ ਵੀ ਦਿਲਚਸਪ ਹੋਵੇਗਾ ਕਿ ਕੈਪਟਨ ਦੇ ਦਾਅਵਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਰਹਿੰਦੀ ਹੈ। ਚੋਣ ਜ਼ਾਬਤਾ ਲਾਗੂ ਹੋਣ ਦੇ ਬਾਅਦ ਕਿਹੜੇ ਵੱਡੇ ਚਿਹਰੇ ਕੈਪਟਨ ਦੇ ਨਾਲ ਹੱਥ ਮਿਲਾਉਂਦੇ ਨੇ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਸ਼ਹਿਮਾਦ ਦੇ ਸਿਆਸੀ ਮੈਦਾਨ ਦੇ ਵਿੱਚ ਹੁਣ ਗੱਲ ਭਗਵੰਤ ਮਾਨ ਦੀ। ਭਗਵੰਤ ਮਾਨ ਦੇ ਵੱਲੋਂ ਬੀਜੇਪੀ ਤੇ ਫੋਨ ਕਰਕੇ ਸਿਆਸੀ ਪਾਲਾ ਬਦਲਣ ਵਾਲੇ ਬਿਆਨ ਨੇ ਵੀ ਸਿਆਸਤ ਪਖਾਈ ਹੋਈ ਹੈ। ਬੀਜੇਪੀ ਹੁਣ ਭਗਵੰਤ ਮਾਨ ਨੂੰ ਚੁਣੌਤੀ ਦੇ ਨਾਲ ਨਸੀਹਤ ਵੀ ਦੇ ਰਹੀ ਹੈ। ਮੈਨੂੰ 4 ਦਿਨ ਪਹਿਲਾਂ ਬੀਜੇਪੀ ਦੇ ਇੱਕ ਬਹੁਤ ਵੱਡੇ नेता ਦਾ फोन आया। खुद अमित शाह जी, आम आदमी पार्टी के पंजाब के एमपी हमारे भगवंत मान जी फोन करके सीधे तौर पर कह रहे हैं कि आप आम आदमी पार्टी छोड़कर आम आदमी पार्टी से इस्तीफा देकर बीजेपी में आइए। ਭਗਵੰਤ ਮਾਨ ਦੇ ਇਸ ਬਿਆਨ ਨੇ ਸਿਆਸਤ ਪਖਾ ਦਿੱਤੀ ਹੈ। ਪਹਿਲਾਂ ਭਗਵੰਤ ਮਾਨ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਕਿਸੇ ਵੱਡੇ ਲੀਡਰ ਦਾ ਫੋਨ ਆਇਆ ਤੇ ਫਿਰ ਰਾਘਵ ਚੱਡਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਅਮਿਤ ਸ਼ਾਹ ਦੇ ਦਫ਼ਤਰ ਤੋਂ ਫੋਨ ਆਇਆ ਤੇ ਪਾਰਟੀ ਦੇ ਵਿੱਚ ਉੱਚਾ ਰੁਤਬਾ ਦੇਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਲਜ਼ਾਮ ਭਾਜਪਾ ਤੇ ਲੱਗੇ ਤਾਂ ਭਾਜਪਾ ਨੇ ਵੀ ਸਬੂਤ ਮੰਗਿਆ ਤੇ ਕਿਹਾ ਕਿ ਦੱਸੋ ਕਿ ਕਿਸ ਨੇ ਫੋਨ ਕੀਤਾ। ਪਾਰਟੀ 'ਚ ਆਪਣੇ ਆਪ ਨੂੰ ਸਾਬਿਤ ਕਰਨ ਦੇ ਲਈ ਭਾਜਪਾ ਦਾ ਸਹਾਰਾ ਨਾ ਲੈਣ ਦੀ ਗੱਲ ਵੀ ਕਹੀ। ਮੈਨੂੰ 4 ਦਿਨ ਪਹਿਲਾਂ ਬੀਜੇਪੀ ਦੇ ਇੱਕ ਬਹੁਤ ਵੱਡੇ नेता ਦਾ फोन ਆਇਆ, ਬਹੁਤ ਵੱਡੇ नेता ਦਾ। ਉਹਨੇ ਮੈਨੂੰ ਕਿਹਾ ਕਿ ਮਾਨ ਸਾਹਿਬ ਤੁਸੀਂ ਦੱਸੋ बीजेपी ਚ ਆਉਣ ਦਾ ਕੀ ਲਾਓਗੇ। ये तो भगवंत मान जी को नहीं पता किसने ऑफर दिया, मेरी छोड़िए, भगवंत मान जी बता दें। उनको ही नहीं पता ऑफर किसने दिया, क्योंकि ऑफर दिया ही नहीं। ਭਾਜਪਾ ਨੇ ਇਲਜ਼ਾਮ ਲਗਾਏ ਤਾਂ ਰਾਘਵ ਚੱਡਾ ਨੇ ਵੀ ਆਪਣੇ ਵਿਧਾਇਕਾਂ ਤੇ ਆਗੂਆਂ ਨੂੰ ਫੋਨ ਰਿਕਾਰਡਿੰਗ ਤੇ ਲਗਾਉਣ ਦੇ ਹੁਕਮ ਦੇ ਦਿੱਤੇ। अपने सारे लीडर्स को, पंजाब के एमपी एमएलए सारे नेताओं को, सारे लीडर्स को यह कह दिया है कि आप अपना फोन रिकॉर्डिंग पर डाल दो। ਚੋਣਾਂ ਨੇੜੇ ਨੇ, ਸਿਆਸਤ ਖੂਬ ਗਰਮਾਈ ਹੋਈ ਹੈ। ਇਲਜ਼ਾਮਬਾਜ਼ੀਆਂ ਦਾ ਦੌਰ ਤਾਂ ਚੱਲ ਹੀ ਰਿਹਾ ਸੀ, ਪਰ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰੀਆਂ ਪਾਰਟੀਆਂ ਨੂੰ ਚੌਕਸ ਕਰ ਦਿੱਤਾ ਹੈ, ਤਾਂ ਜੋ ਵਿਧਾਇਕਾਂ ਦੀ ਅਦਲਾ ਬਦਲੀ ਤੋਂ ਪਹਿਲਾਂ ਸਾਵਧਾਨੀ ਵਰਤੀ ਜਾਵੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਗੱਲ ਪੰਜਾਬ ਦੀ ਸਿਆਸਤ ਦੀ। 2017 ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਚੋਣ ਲੜ ਕੇ ਵਿਰੋਧੀ ਧਿਰ ਦੇ ਵਜੋਂ ਵਿਧਾਨ ਸਭਾ ਪਹੁੰਚੀ ਸੀ ਤੇ ਪੰਜਾਬ ਦੇ ਸਿਆਸੀ ਮੈਦਾਨ ਦੇ ਵਿੱਚ ਇੱਕ ਵੱਡਾ ਫੇਰ ਬਦਲ ਵੀ ਸੀ।
2022 ਤੋਂ ਪਹਿਲਾਂ ਪੰਜਾਬ ਦੇ ਵਿੱਚ ਤੇਜ਼ੀ ਨਾਲ ਬਦਲੇ ਸਿਆਸੀ ਸਮੀਕਰਨਾਂ ਤੋਂ ਬਾਅਦ ਹੁਣ ਬੀਜੇਪੀ ਕੈਪਟਨ ਤੇ ਟਕਸਾਲੀ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਮੁੜ ਚਰਚਾ ਛਿੜੀ ਹੋਈ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਲੰਬੇ ਵਕਤ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਤਸਵੀਰ ਵੇਖਣ ਨੂੰ ਮਿਲੀ ਸੀ। 10 ਸਾਲ ਸੱਤਾ ਦੇ ਵਿੱਚ ਰਹਿਣ ਵਾਲੀ ਅਕਾਲੀ ਦਲ ਦੀ ਬੁਰੀ ਤਰ੍ਹਾਂ ਦੇ ਨਾਲ ਹਾਰ ਹੋਈ ਸੀ ਤੇ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਉਤਰਨ ਵਾਲੀ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰ ਦੀ ਭੂਮਿਕਾ ਮਿਲੀ। ਹਾਲਾਂਕਿ ਸਿਆਸਤ ਦੀ ਚਾਬੀ ਪੰਜਾਬ ਦੀ ਰਵਾਇਤੀ ਪਾਰਟੀ ਕਾਂਗਰਸ ਦੇ ਹੱਥ ਹੀ ਆਈ ਸੀ, ਪਰ ਸਿਆਸਤ ਦੇ ਵਿੱਚ ਇਸ ਬਦਲਾਅ ਨੇ ਵੱਡਾ ਇਸ਼ਾਰਾ ਕੀਤਾ ਸੀ ਕਿ ਕੀ ਸੂਬੇ ਦੀ ਜਨਤਾ ਤੀਜੇ ਮਜ਼ਬੂਤ ਬਦਲ ਦੀ ਕਮੀ ਨੂੰ ਮਹਿਸੂਸ ਕਰ ਰਹੀ ਹੈ। 2022 ਦੇ ਵਿੱਚ ਪੰਜਾਬ ਦਾ ਸਿਆਸੀ ਵਾਤਾਵਰਣ ਵੀ ਕੁਝ ਅਜਿਹੇ ਸਮੀਕਰਨ ਦੇ ਵੱਲ ਵਧਦਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਅਕਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਗੱਠਜੋੜ ਤੋਂ ਵੱਖ ਹੋਈ ਬੀਜੇਪੀ ਹੁਣ ਨਵੇਂ ਸਿਆਸੀ ਸਮੀਕਰਨ ਦੇ ਨਾਲ ਚੌਥੇ ਧਿਰ ਦੇ ਵਜੋਂ ਉੱਭਰਨ ਦਾ ਦਾਅਵਾ ਕਰ ਰਹੀ ਹੈ। ਪਰ ਇਸ ਦੌਰਾਨ ਵੱਡਾ ਸਵਾਲ ਇਹ ਹੈ ਕਿ ਆਖਰ ਕੀ ਇਹ ਗੱਠਜੋੜ ਜ਼ਮੀਨੀ ਪੱਧਰ ਤੇ ਸਫਲ ਹੋ ਪਾਵੇਗਾ। ਇਸ ਦੇ ਵੀ ਦੋ ਪਹਿਲੂ ਨੇ। ਚੌਥੇ ਧਿਰ ਦੇ ਵਜੋਂ ਦਾਅਵੇਦਾਰੀ ਪੇਸ਼ ਕਰ ਰਹੇ ਗੱਠਜੋੜ ਦੇ ਵਿੱਚ ਸਭ ਤੋਂ ਵੱਡਾ ਨਾਮ ਹੈ ਕੈਪਟਨ ਅਮਰਿੰਦਰ ਸਿੰਘ ਦਾ। 4 ਦਹਾਕਿਆਂ ਤੋਂ ਪੰਜਾਬ ਦੇ ਵਿੱਚ ਸਰਗਰਮ ਕੈਪਟਨ ਦਾ 4.5 ਸਾਲ ਦਾ ਮੁੱਖ ਮੰਤਰੀ ਦਾ ਕਾਰਜਕਾਲ ਉਹਨਾਂ ਦੀ ਤਾਕਤ ਬਣੇਗਾ ਜਾਂ ਫਿਰ ਗੱਠਜੋੜ ਦੀ ਕਮਜ਼ੋਰੀ, ਇਹ ਵੀ ਵੱਡਾ ਸਵਾਲ ਹੈ। ਕੈਪਟਨ ਦੀ ਪਾਰਟੀ 'ਚ ਫਿਲਹਾਲ ਕੋਈ ਵੀ ਵੱਡਾ ਨਾਂ ਖੜਾ ਨਜ਼ਰ ਨਹੀਂ ਆ ਰਿਹਾ, ਪਰ ਕੈਪਟਨ ਇਹ ਦਾਅਵਾ ਜ਼ਰੂਰ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ 'ਚ ਕਾਂਗਰਸ ਦੇ ਆਗੂ ਪਾਲਾ ਬਦਲਣਗੇ ਤੇ ਉਹਨਾਂ ਦੀ ਟੀਮ ਮਜ਼ਬੂਤੀ ਦੇ ਨਾਲ ਮੈਦਾਨ ਦੇ ਵਿੱਚ ਉਤਰੇਗੀ। ਜਿਹੜੀ ਹੁਣ ਇਲੈਕਸ਼ਨ ਆ ਰਹੀ ਹੈ, we will win it। ਇੱਕ ਬਾਰ ਕੋਈ ਡਾਊਟ ਨਹੀਂ ਕਿਸ ਦੇ ਮਨ 'ਚ ਹੋਣਾ ਚਾਹੀਦਾ ਕਿ ਅਸੀਂ ਜਿੱਤਾਂਗੇ। the combination of seat adjustment between BJP, ਢੀਂਡਸਾ ਸਾਹਿਬ ਔਰ ਅਸੀਂ, we will form the next government। ਗੱਠਜੋੜ ਦਾ ਦੂਜਾ ਅਹਿਮ ਪਹਿਲੂ ਹੈ ਬੀਜੇਪੀ। ਪਾਰਟੀ 23 ਸੀਟਾਂ ਤੇ ਪਹਿਲਾਂ ਹੀ ਮਜ਼ਬੂਤੀ ਨਾਲ ਦਾਅਵੇਦਾਰੀ ਪੇਸ਼ ਕਰਦੀ ਰਹੀ ਹੈ। ਸੂਬੇ ਦਾ ਹਿੰਦੂ ਵੋਟ ਬੈਂਕ ਪਾਰਟੀ ਦੀ ਵੱਡੀ ਤਾਕਤ ਹੈ। ਬੀਜੇਪੀ ਕੋਲ ਗਵਾਉਣ ਨੂੰ ਕੁਝ ਵੀ ਨਹੀਂ ਹੈ, ਪਾਉਣ ਨੂੰ ਬਹੁਤ ਕੁਝ ਹੈ। ਅਕਾਲੀ ਦਲ ਦੇ ਨਾਲ ਗੱਠਜੋੜ ਤੋੜਨ ਤੋਂ ਬਾਅਦ ਬੀਜੇਪੀ ਜੇਕਰ ਆਪਣਾ ਵੋਟ ਸ਼ੇਅਰ ਵਧਾਉਂਦੀ ਹੈ ਤਾਂ ਭਵਿੱਖ ਦੇ ਵਿੱਚ ਪਾਰਟੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਰੋਲ ਅਦਾ ਕਰ ਸਕਦੀ ਹੈ। ਅਮਿਤ ਸ਼ਾਹ ਨੇ ਇਸੇ ਲਈ ਕੈਪਟਨ ਦੇ ਨਾਲ ਗੱਠਜੋੜ ਦੇ ਲਈ ਹਾਮੀ ਭਰੀ ਹੈ। हमारी कैप्टन साहब से भी बात चल रही है, ढींडसा साहब से भी बात चल रही है। दोनों पार्टियों के साथ हम बातचीत कर रहे हैं। हो सकता है हमारा गठबंधन हो, हम सकारात्मक तरीके से दोनों पार्टियों से बात कर रहे हैं। ਗੱਠਜੋੜ ਦੀ ਤੀਜੀ ਧਿਰ ਟਕਸਾਲੀ ਅਕਾਲੀ ਨੇ। ਸੁਖਦੇਵ ਸਿੰਘ ਢੀਂਡਸਾ ਜੇਕਰ ਇਕੱਲੇ ਸਿਆਸੀ ਮੈਦਾਨ ਦੇ ਵਿੱਚ ਦਾਅਵੇਦਾਰੀ ਪੇਸ਼ ਕਰਦੇ ਨੇ ਤਾਂ ਕੋਈ ਵੀ ਫਾਇਦਾ ਨਹੀਂ ਹੋਵੇਗਾ। ਜੇਕਰ ਕੈਪਟਨ ਅਤੇ ਬੀਜੇਪੀ ਨਾਲ ਗੱਠਜੋੜ ਕਰਦੇ ਨੇ ਤਾਂ ਹਿੰਦੂ ਅਤੇ ਸਿੱਖ ਵੋਟਰਾਂ ਦੇ ਕੰਬੀਨੇਸ਼ਨ ਦੀ ਵਜ੍ਹਾ ਕਰਕੇ ਕੁਝ ਸਿਆਸੀ ਫਾਇਦਾ ਜ਼ਰੂਰ ਹੋ ਸਕਦਾ ਹੈ। ਕੁੱਲ ਮਿਲਾ ਕੇ ਚੌਥੇ ਗੱਠਜੋੜ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਇਸ ਵਾਰ ਮੁਕਾਬਲਾ ਗਹਿ-ਗੱਚ ਹੋ ਗਿਆ। ਪਰ ਵੱਡਾ ਸਵਾਲ ਇਹ ਹੈ ਕਿ 2017 ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਆਪ ਵਿਰੋਧੀ ਧਿਰ ਦੇ ਵਜੋਂ ਉੱਭਰੀ ਸੀ ਕਿ ਕੈਪਟਨ ਵਾਲਾ ਗੱਠਜੋੜ ਕਿੰਗ ਮੇਕਰ ਜਾਂ ਫਿਰ ਕਿਸੇ ਹੋਰ ਸਿਆਸੀ ਭੂਮਿਕਾ ਦੇ ਵਿੱਚ ਨਜ਼ਰ ਆਵੇਗਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਇਲੈਕਸ਼ਨ ਦੂਰ ਨਹੀਂ, ਕਿਹੜੇ ਹੋਰ ਸਮੀਕਰਨ ਬਣਨਗੇ, ਕਿਹੜੇ ਗਠਜੋੜ ਬਣਨਗੇ, ਕੌਣ ਕਿਸ ਦੇ ਨਾਲ ਜਾਏਗਾ, ਕੌਣ ਕਿਸ ਨੂੰ ਛੱਡ ਜਾਏਗਾ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਿਕਚਰ ਪੂਰੀ ਤਰ੍ਹਾਂ ਕਲੀਅਰ ਹੋ ਜਾਏਗੀ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਇਹ ਸਿਆਸੀ ਸ਼ਹਿਮਾਤ ਆਉਣ ਵਾਲੇ ਦਿਨਾਂ 'ਚ ਹੋਰ ਭਖਦੀ ਨਜ਼ਰ ਆਏਗੀ। ਫਿਲਹਾਲ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਯਾਨੀ ਗੌਰਵ ਸ਼ੁਕਲਾ ਨੂੰ ਇਜਾਜ਼ਤ ਦਿਓ। ਧੰਨਵਾਦ।